ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ YouTube ਚੈਨਲ ਦੇ ਉੱਪਰ ਤੁਸੀਂ ਅਲੱਗ-ਅਲੱਗ ਸਮਿਆਂ ਉੱਤੇ ਅਲੱਗ-ਅਲੱਗ ਜਿਹੜੀਆਂ ਵੀਡੀਓਜ਼ ਦੇਖਦੇ ਹੋ। ਸੋ ਅੱਜ ਵੀ ਮੈਂ ਤੁਹਾਡੇ ਨਾਲ ਇੱਕ ਅਜਿਹੀ ਸ਼ਖਸੀਅਤ ਨਾਲ ਮਿਲਾਉਣ ਜਾ ਰਿਹਾ ਜਿਨ੍ਹਾਂ ਦਾ ਨਾਮ ਹੈ ਬਲਜਿੰਦਰ ਸਿੰਘ, ਸ੍ਰੀ ਮੁਕਤਸਰ ਸਾਹਿਬ ਤੋਂ ਨੇ। ਸੋ ਇਹਨਾਂ ਦੀ ਇੱਕ ਵਿਲੱਖਣ ਜੀ ਜਿਹੜੀ ਆ ਸਟੋਰੀ ਹੈਗੀ ਇਹਨਾਂ ਦੀ। ਤੁਸੀਂ ਦੇਖ ਰਹੇ ਹੋ ਮੇਰੇ ਨਾਲ ਵੀਰ ਬੈਠੇ ਨੇ ਅਤੇ ਵੀਲ ਚੇਅਰ ਦੇ ਉੱਪਰ ਹੈਗੇ ਨੇ ਅਤੇ ਆਪਣੀ ਡਿਸੇਬਿਲਿਟੀ ਨੂੰ ਇਹਨਾਂ ਨੇ ਸਪੋਰਟਸਮੈਨਸ਼ਿਪ ਦੇ ਵਿੱਚ ਜਿਹੜਾ ਉਹ ਚੇਂਜ ਕੀਤਾ। ਸੋ ਮੈਨੂੰ ਲੱਗਦਾ ਕਿ ਇਹ ਵੀਡੀਓ ਤੁਹਾਡੇ ਲਈ ਇਸ ਕਰਕੇ ਬਹੁਤ ਫਾਇਦੇਮੰਦ ਲਾਹੇਵੰਦ ਹੋਏਗੀ ਕਿ ਤੁਹਾਨੂੰ ਇਸ ਵੀਡੀਓ ਦੇਖਣ ਤੋਂ ਬਾਅਦ ਆਪਣੇ ਦੁੱਖ ਦਰਦ ਸ਼ਾਇਦ ਉਹ ਭੁੱਲ ਜਾਣ। ਸੋ ਆਓ ਗੱਲਬਾਤ ਕਰਦੇ ਹਾਂ ਵੀਰ ਜੀ ਨਾਲ। ਕੀ ਨਾਮ ਆ ਜੀ ਤੁਹਾਡਾ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ, ਮੇਰਾ ਨਾਮ ਬਲਜਿੰਦਰ ਸਿੰਘ ਆ ਜੀ ਔਰ ਸ੍ਰੀ ਮੁਕਤਸਰ ਸਾਹਿਬ ਦੇ 20 ਕਿਲੋਮੀਟਰ ਦੂਰ ਮੇਰਾ ਪਿੰਡ ਆ ਜੀ, ਬਾਹਮ ਪਿੰਡ ਜੀ। ਜਿਵੇਂ ਮੈਂ ਗੱਲ ਕਰਿਆ ਸੀ ਕਿ ਤੁਸੀਂ ਇਸ ਟਾਈਮ ਜਿਹੜਾ ਉਹ ਵੀਲ ਚੇਅਰ ਦੇ ਉੱਪਰ ਬੈਠੇ ਹੋ ਅਤੇ ਇਹ ਕਿਸ ਤਰ੍ਹਾਂ ਤੁਹਾਡਾ ਇੱਕ ਇਨਸੀਡੈਂਟ ਹੋਇਆ, ਤੁਹਾਡੇ ਨਾਲ ਭਾਣਾ ਵਾਪਰਿਆ ਕਿ ਤੁਸੀਂ ਵੀਲ ਚੇਅਰ ਦੇ ਉੱਤੇ ਆ ਗਏ ਹੋ? ਹਾਂਜੀ, ਮੈਂ ਇੱਕ ਫੀਲਡ ਵਰਕ ਕਰਦਾ ਸੀਗਾ ਜੀ, ਜਿਸ ਤਰ੍ਹਾਂ ਮਤਲਬ ਆਪਦੇ ਕੰਮ ਕਰਦੇ ਆ ਜੀ। ਤਾਂ ਜਦੋਂ ਮੈਂ ਸ਼ਾਮ ਨੂੰ ਵਾਪਸ ਆ ਰਿਹਾ ਸੀ ਤਾਂ ਇੱਕ ਲਾਈਟ ਵੱਜਣ ਨਾਲ ਉਹ ਜਿਹੜਾ ਮੇਰਾ ਥੋੜ੍ਹੀ ਬਾਰਿਸ਼ ਹੋ ਰਹੀ ਸੀ ਅਤੇ ਉਹ ਬੈਂਕ ਦਾ ਸੰਤੁਲਨ ਆ ਜਿਹੜਾ ਇੱਕ ਐਕਸੀਡੈਂਟ ਦਾ ਰੂਪ ਲੈ ਗਿਆ ਜੀ। ਤਾਂ ਉਹਦੇ ਨਾਲ ਮੇਰੇ ਜਿਹੜੇ ਰੀੜ੍ਹ ਦੀ ਹੱਡੀ ਫ੍ਰੈਕਚਰ ਹੋ ਗਈ ਅਤੇ ਨਾਲ ਜਿਹੜੀਆਂ ਮੇਰੀਆਂ ਯਾਨੀ ਕਿ 8 ਤੋਂ 10 ਹੋਰ ਵੀ ਜਿਹੜੀਆਂ ਸਾਈਡਾਂ ਵਾਲੀ ਜਿਵੇਂ ਰਿਬਸ ਹੈਗੀਆਂ ਜੀ, ਹੱਡੀਆਂ ਫ੍ਰੈਕਚਰ ਹੋ ਗਈਆਂ ਜੀ ਰੀੜ੍ਹ ਦੀ ਹੱਡੀ ਦੇ ਨਾਲ। ਕਿੰਨੇ ਮਤਲਬ ਚਿਰ ਤੋਂ ਇਹ ਤੁਹਾਨੂੰ ਪ੍ਰੋਬਲਮ? ਹਾਂਜੀ, ਮੈਨੂੰ ਲਗਭਗ 11 ਸਾਲ ਹੋ ਗਏ ਜੀ। 2011 ਤੋਂ ਮੇਰੇ ਇਹ ਸੱਟ ਲੱਗੀ ਹੈ ਜੀ। ਠੀਕ ਹੈ। ਮੈਂ ਜਿੱਥੇ ਇਹ ਗੱਲ ਤੁਹਾਨੂੰ ਕਹਿ ਰਿਹਾ ਕਿ ਇਹ ਵੀਲਚੇਅਰ ਦੇ ਉੱਤੇ ਬੈਠੇ ਆ, ਪਰ ਇਹਨਾਂ ਦੀ ਲਾਈਫ ਦਾ ਇੱਕ ਜਦੋਂ ਇਹ ਚੈਪਟਰ ਜਿਹੜਾ ਇੱਕ ਨਵਾਂ ਸ਼ੁਰੂ ਹੋਇਆ ਇਸ ਤੋਂ ਬਾਅਦ, ਉਹ ਇਹ ਹੈ ਕਿ ਸਪੋਰਟਸ ਦੇ ਵਿੱਚ ਆਉਣ ਲੱਗੇ। ਸੋ ਕਿਸ ਤਰ੍ਹਾਂ ਦੀਆਂ ਉਪਲਬਧੀਆਂ ਨੇ ਉਹ ਵੀ ਆਪਾਂ ਗੱਲ ਕਰਦੇ ਹਾਂ। ਤੁਸੀਂ 11 ਸਾਲ ਤੋਂ ਜਿਵੇਂ ਮੈਂ ਹੈ ਨਾ ਕਿਹਾ ਕਿ ਤੁਸੀਂ ਵੀਲ ਚੇਅਰ ਦੇ ਉੱਪਰ ਹੋ ਅਤੇ ਉਸ ਤੋਂ ਬਾਅਦ ਤੁਸੀਂ ਸਪੋਰਟਸ ਵਿੱਚ ਪਹਿਲਾਂ ਹੀ ਸੀ ਜਾਂ ਬਾਅਦ ਵਿੱਚ ਵੀ? ਕਿਸ ਤਰ੍ਹਾਂ ਤੁਹਾਡਾ ਇਸ ਸਬਬ ਬਣਿਆ? ਹਾਂਜੀ, ਮੈਂ ਨਾ ਸਪੋਰਟਸ ਪਹਿਲਾਂ ਬਚਪਨ ਤੋਂ ਕਰਦਾ ਸੀਗਾ ਜੀ ਅਤੇ ਪਹਿਲਾਂ ਮੇਰੀ ਫੁੱਟਬਾਲ ਅਤੇ ਐਥਲੈਟਿਕਸ ਦੀ ਗੇਮ ਸੀਗੀ ਜੀ। ਤਾਂ ਜਿਹੜਾ ਮੈਂ ਪਹਿਲਾਂ ਵੀ ਇੱਕ ਨੈਸ਼ਨਲ ਪੱਧਰ ਦਾ ਮੈਂ ਮਤਲਬ ਫੁੱਟਬਾਲ ਦਾ ਖਿਡਾਰੀ ਸੀਗਾ ਜੀ। ਅਤੇ ਸੱਟ ਲੱਗਣ ਤੋਂ ਬਾਅਦ ਜੀ ਮੇਰੀ ਜਿਹੜੀ ਜ਼ਿੰਦਗੀ ਉਹ ਬਿਲਕੁਲ ਇੱਕ ਬੈੱਡ 'ਤੇ ਆ ਗਈ ਹੈ ਜੀ, ਹੈ ਨਾ। ਤਾਂ ਜਿਹੜੀ ਮੈਨੂੰ ਕਰਵਟ ਵੀ ਦਵਾਈ ਜਾਂਦੀ ਸੀ ਉਹ ਵੀ ਘਰ ਦੇ ਦਵਾਉਂਦੇ ਸੀ ਜੀ। ਤਾਂ ਇੱਕ ਬੰਦ ਕਮਰੇ ਦੇ ਵਿੱਚ ਮੈਂ ਬਿਲਕੁਲ ਬੰਦ ਹੋ ਗਿਆ ਸੀ ਜੀ। ਮੇਰੇ ਬੈੱਡ ਸੋਲ ਬਹੁਤ ਜ਼ਿਆਦਾ ਹੋ ਗਏ ਸੀ ਜੀ। ਤਾਂ ਜਿਹੜੀ ਮਤਲਬ ਮੈਂ ਨਾ ਇੱਕ ਮੌਤ ਮੰਗਦਾ ਹੁੰਦਾ ਸੀਗਾ ਵੀ ਪ੍ਰਮਾਤਮਾ ਜਾਂ ਮੈਨੂੰ ਮੌਤ ਦੇ ਦੇ ਅਤੇ ਜਾਂ ਮੈਨੂੰ ਇੱਕ ਰਸਤਾ ਦਿਖਾ ਦੇ ਜਿਹਦੇ ਨਾਲ ਮੈਂ ਮਤਲਬ ਫਿਰ ਤੋਂ ਸਪੋਰਟਸ ਕਰਕੇ ਆਪਦਾ ਨਾਂ ਚਮਕਾ ਸਕਾਂ ਆਪਦੇ ਦੇਸ਼ ਦਾ। ਤਾਂ ਜੋ ਮੈਂ ਅੱਜ ਮਤਲਬ ਇੱਕ ਬੈੱਡ 'ਤੇ ਪਿਆ ਜੀ, ਮਤਲਬ ਮੈਂ ਇੱਕ ਮੋਟੀਵੇਸ਼ਨ ਬਣ ਸਕਾਂ ਜੀ ਕਿ ਮਤਲਬ ਕਦੇ ਵੀ ਜ਼ਿੰਦਗੀ ਹੈ ਜਿਹੜੀ ਉਹ ਰੁਕਦੀ ਨਹੀਂ, ਕਦੇ ਖ਼ਤਮ ਨਹੀਂ ਹੁੰਦੀ ਅਤੇ ਪ੍ਰਮਾਤਮਾ ਜ਼ਰੂਰ ਕੋਈ ਨਾ ਕੋਈ ਰਸਤਾ ਵਿਖਾ ਦਿੰਦਾ ਜੀ। ਹਾਂਜੀ, ਉਸ ਤੋਂ ਬਾਅਦ ਫਿਰ ਮੈਂ ਸਪੋਰਟਸ ਸ਼ੁਰੂ ਕੀਤਾ ਜੀ। 2015 ਤੋਂ ਮੈਂ ਫਿਰ ਤੋਂ ਸਪੋਰਟਸ ਸ਼ੁਰੂ ਕੀਤਾ। ਹੁਣ ਤੁਸੀਂ ਕਿਹੜੀ ਗੇਮ ਖੇਡਦੇ ਹੋ ਅਤੇ ਕਿਸ ਪੱਧਰ ਦੀ ਜਿਹੜੀ ਤੁਸੀਂ ਕੰਪੀਟੀਸ਼ਨ ਦੀ ਤਿਆਰੀ ਕਰਦੇ ਹੋ? ਹਾਂਜੀ, ਜੇ ਮੈਂ ਸਪੋਰਟਸ ਦੀ ਗੱਲ ਕਰਾਂ ਤਾਂ 2015 ਤੋਂ ਮੈਂ ਨੈਸ਼ਨਲ ਸ਼ੁਰੂ ਕੀਤਾ ਜੀ ਖੇਡਣਾ। ਗਾਜ਼ੀਆਬਾਦ ਜੀ, ਹਰਿਆਣੇ 'ਚ ਪੰਚਕੂਲਾ ਜੀ, ਜੈਪੁਰ ਜੀ ਔਰ ਬੰਗਲੌਰ ਜੀ। ਤਾਂ ਮੈਂ ਇਹਨਾਂ ਮਤਲਬ ਵੱਖ-ਵੱਖ ਸਟੇਟਾਂ ਦੇ ਵਿੱਚ ਨੈਸ਼ਨਲ ਹੋਈ ਉਹਨਾਂ 'ਚ ਖੇਡਿਆ ਜੀ ਅਤੇ ਮੈਂ ਨੈਸ਼ਨਲ ਦੇ ਵਿੱਚ ਮੈਡਲ ਵੀ ਲਿਆ ਜੀ। ਔਰ ਸਭ ਤੋਂ ਵੱਡੀ ਪ੍ਰਾਪਤੀ ਦੀ ਗੱਲ ਕਰਾਂ ਤਾਂ ਮੈਂ ਹੁਣ ਜਿਹੜਾ ਇੰਟਰਨੈਸ਼ਨਲ ਦੁਬਈ ਦੇ ਵਿੱਚ ਖੇਡ ਕੇ ਆਇਆ ਜੀ 21 ਤੋਂ 24 ਮਾਰਚ ਵਰਲਡ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਆ ਜਿਹੜੀ ਮੈਂ ਖੇਡ ਕੇ ਆਇਆ ਜੀ। ਕਿਹੜੀ ਗੇਮ ਤੁਸੀਂ ਮਤਲਬ ਕਰਦੇ ਹੋ? ਹਾਂਜੀ, ਮੈਂ ਇੱਕ ਜੈਵਲਿਨ ਥਰੋ ਕਰ ਰਿਹਾ ਜੀ ਔਰ ਇੱਕ ਡਿਸਕਸ ਥਰੋ ਜੀ। ਔਰ ਜੇ ਮੈਂ ਗੱਲ ਕਰਾਂ ਤਾਂ ਅੱਜ ਦੇ ਟਾਈਮ ਜੀ ਜੇਕਰ ਗੂਗਲ 'ਤੇ ਰਿਸਰਚ ਕਰੀਏ ਜੀ ਪੈਰਾ ਵਰਲਡ ਰਿਕਾਰਡ ਰੈਂਕਿੰਗ ਤਾਂ ਵਰਲਡ ਦੇ ਵਿੱਚ ਮੇਰੀ 10ਵੀਂ ਹੈ ਜੀ ਅਤੇ ਏਸ਼ੀਆ ਦੇ ਵਿੱਚ ਮੇਰੀ 4ਥੀ ਰੈਂਕਿੰਗ ਹੈ ਜੀ ਇਸ ਟਾਈਮ। ਜਿਵੇਂ ਵੀਰ ਹੋਣੇ ਦੱਸਿਆ ਕਿ ਇਹ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਆ ਉਹ ਖਿਡਾਰੀ ਹੈਗੇ ਨੇ ਅਤੇ ਕਿਤੇ ਨਾ ਕਿਤੇ ਜਦੋਂ ਬੰਦੇ ਦੇ ਕੋਈ ਭਾਣਾ ਵਾਪਰਦਾ ਤਾਂ ਉਹ ਆਪਣਾ ਜਿਹੜਾ ਹੌਸਲਾ ਛੱਡ ਜਾਂਦਾ ਅਤੇ ਕਿਤੇ ਨਾ ਕਿਤੇ ਤੁਹਾਡੇ ਮਨ 'ਚ ਵੀ ਕਿਤੇ ਇਹ ਹੌਸਲਾ ਜਿਹੜਾ ਛੱਡਣ ਦੀ ਗੱਲ ਜਾਂ ਕਈ ਵਾਰ ਛੱਡਣ ਦੀ ਆਪਣੇ ਆਪ ਹੀ ਮਨ ਦੇ ਵਿੱਚ ਆ ਜਾਂਦੀ ਹੈ ਅਤੇ ਉਸ ਤੋਂ ਬਾਅਦ ਦੁਬਾਰਾ ਖੜ੍ਹੇ ਹੋਣਾ, ਉੱਠ ਖੜ੍ਹੇ ਕਿੰਨਾ ਕੁ ਮੁਸ਼ਕਿਲ ਹੈ? ਹਾਂਜੀ, ਬਹੁਤ ਜ਼ਿਆਦਾ ਜਿਹੜਾ ਹੈਗਾ ਇੱਥੇ ਸਟਰਗਲ ਕਰਨਾ ਪੈਂਦਾ ਜੀ, ਹੈ ਨਾ। ਅਤੇ ਪਰ ਜੇਕਰ ਆਦਮੀ ਦਾ ਵਿਸ਼ਵਾਸ ਹੋਵੇ ਤਾਂ ਹੈ ਨਾ ਜੀ, ਪਰਮਾਤਮਾ 'ਤੇ ਵਿਸ਼ਵਾਸ ਹੋਵੇ ਤਾਂ ਉਹ ਬਹੁਤ ਹੀ ਮਤਲਬ ਕੋਈ ਨਾ ਕੋਈ ਰਸਤਾ ਦਿਖਾਉਂਦਾ। ਹੌਸਲੇ ਦੀ ਗੱਲ ਕਰਾਂ ਤਾਂ ਮਤਲਬ ਮੈਂ ਬੈੱਡ 'ਤੇ ਇਹ ਚੀਜ਼ ਕਹਿੰਦਾ ਸੀਗਾ ਵੀ ਮਤਲਬ ਮੈਨੂੰ ਜਾਂ ਤਾਂ ਪਰਮਾਤਮਾ ਮੌਤ ਦੇ ਦੇ ਜਾਂ ਮੈਨੂੰ ਕੋਈ ਰਸਤਾ ਦਿਖਾ ਦੇ ਜੀ। ਤਾਂ ਫਿਰ ਪਰਮਾਤਮਾ ਨੇ ਮੇਰਾ ਉਹ ਹੌਸਲਾ ਬਣਿਆ ਜੀ, ਮੈਨੂੰ ਉਹ ਰਸਤਾ ਦਿਖਾਇਆ ਜੀ।
ਤੇ ਮੈਂ ਹਰ ਵਕਤ ਆ ਜਿਹੜਾ ਪ੍ਰਮਾਤਮਾ ਨੂੰ ਯਾਦ ਕਰਦਾ ਰਹਿੰਦਾ ਜੀ, ਤੇ ਉਹ ਆਪਣੇ ਆਪ ਹੀ ਜਿਹੜਾ ਮੈਨੂੰ ਅੱਗੇ ਰਸਤਾ ਦਿਖਾਉਂਦਾ ਰਹਿੰਦਾ ਜੀ। ਕਿਤੇ ਨਾ ਕਿਤੇ ਕੋਈ ਪਰਸਨ ਮਿਲਾ ਦਿੰਦਾ ਜੀ, ਜੋ ਮਤਲਬ ਮੇਰੀ ਅੱਗੇ ਹੈਲਪ ਕਰ ਦਿੰਦਾ, ਜਾਂ ਕੁਝ ਗੱਲਾਂ ਹੀ ਇਹੋ ਜਿਹੀਆਂ ਹੋ ਜਾਂਦੀਆਂ ਜੀ ਜਿਹੜੀਆਂ ਆਪਾਂ ਲਗਾਤਾਰ ਦਿਮਾਗ ਦੇ ਵਿੱਚ ਸੋਚਦੇ ਰਹੀਏ ਤਾਂ ਬੰਦੇ ਨੂੰ ਮੋਟੀਵੇਟ ਕਰਦੀਆਂ ਰਹਿੰਦੀਆਂ ਜੀ। ਜਿਵੇਂ ਵੀਰ ਨੇ ਦੱਸਿਆ ਕਿ ਇਹ ਖੇਡ ਕੇ ਆਏ ਨੇ, ਦੁਬਈ ਖੇਡ ਕੇ ਆਏ ਨੇ, ਅਤੇ ਉਸ ਤੋਂ ਬਾਅਦ ਇੱਥੇ ਵੀ ਜਿਹੜੀਆਂ ਗੇਮਸ ਉਹ ਕਰਦੇ ਰਹਿੰਦੀਆਂ, ਕੁਛ ਜਿਹੜੀਆਂ ਪ੍ਰੋਬਲਮਸ ਵੀ ਇਹਨਾਂ ਨੂੰ ਫੇਸ ਹੁੰਦੀਆਂ ਹੋਣਗੀਆਂ, ਉਹਦਾ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਹਾਂਜੀ, ਪ੍ਰੋਬਲਮ ਦੀ ਗੱਲ ਕਰਾਂ ਤਾਂ ਮੈਂ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀਆਂ ਜੀ, ਹੈ ਨਾ। ਤਾਂ ਜਿਹੜੀ ਜਦੋਂ ਖੇਡਣ ਜਾਂਦੇ ਆ ਜੀ, ਤੇ ਮਤਲਬ ਕੋਈ ਗੌਰਮੈਂਟ ਦੀ ਇੰਨੀ ਸਪੋਰਟ ਨਹੀਂ ਹੈਗੀ ਜੀ, ਤਾਂ ਮੈਨੂੰ ਜਿਹੜਾ ਗੱਡੀ ਦੇ ਵਿੱਚ ਹੈ ਜੀ ਉਹ ਸ਼ਿਫਟ ਕਰਕੇ 2 ਜਣਿਆਂ ਨੂੰ ਬਿਠਾਇਆ ਜਾਂਦਾ ਜੀ। ਤਾਂ ਜਿਹੜਾ ਹੈਗਾ ਜੀ ਮਤਲਬ ਜਿਵੇਂ ਬੈਂਗਲੌਰ ਗਏ ਸੀ ਜੀ, 2 ਦਿਨ 2 ਰਾਤਾਂ ਸਾਨੂੰ ਲੱਗ ਗਈਆਂ ਜੀ, ਟ੍ਰੇਨ ਦੇ ਵਿੱਚ ਹੀ ਮੈਨੂੰ ਉਹ ਸਫ਼ਰ ਕਰਨਾ ਪਿਆ ਜੀ। ਤਾਂ ਚੱਕ ਕੇ ਟ੍ਰੇਨ ਦੇ ਮੈਨੂੰ 2 ਜਣੇ ਜਾਂ 3 ਜਣੇ ਬਿਠਾਉਂਦੇ ਆ ਜੀ। ਤਾਂ ਜਿਹੜੀ ਮੈਂ ਪ੍ਰੈਕਟਿਸ ਕਰਦਾ ਉਹ ਵੀ, ਜੇਕਰ ਮੈਂ ਡਿਸਕਸ ਜੈਵਲਿਨ ਥਰੋ ਸਿੱਟਦਾ ਤਾਂ ਜੀ ਉਹ ਮੈਨੂੰ ਚੱਕ ਕੇ ਫੜਾਉਂਦੇ ਆ, ਮੈਂ ਫਿਰ ਉਹ ਸਿੱਟਦਾ ਜੀ। ਤਾਂ ਜਿਹੜੀਆਂ ਪਰੇਸ਼ਾਨੀਆਂ ਬਣਦੀਆਂ ਰਹਿੰਦੀਆਂ ਜੀ, ਪਰ ਮੈਂ ਇੱਕ ਚੀਜ਼ ਮੈਨੂੰ ਹਰ ਵਕਤ ਮੋਟੀਵੇਟ ਕਰਦਾ ਰਹਿਣਾ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ। ਨਾ दुख ना तकलीफ़ तो क्या मज़ा ज़िंदगी जीने में, बड़े बड़े तूफ़ान भी थम जाते हैं जब आग लगी हो सीने में, जब आग लगी हो सीने में। ਇਹ ਅੱਗ ਜਿਹੜੀ ਲੱਗਣੀ ਸੀਨੇ ਦੇ ਵਿੱਚ ਬੜੀ ਜ਼ਰੂਰੀ ਆ, ਕਿਉਂਕਿ ਅਸੀਂ ਤੰਦਰੁਸਤ ਲੋਕੀ ਆਪਣੇ ਜਿਹੜੇ ਆ ਰੋਣੇ ਜਿਹੜੇ ਆ ਬਿਨਾਂ ਗੱਲ ਤੋਂ ਜਿਹੜੇ ਆ ਰੋਣੇ ਰਹਿੰਦੇ ਆ। ਸਾਡੇ ਕੋਲ ਸਭ ਕੁਝ ਹੁੰਦਿਆਂ ਵੀ ਅਸੀਂ ਆਪਦੇ ਕੁਛ ਨਾ ਕੁਛ ਘਾਟਾਂ ਜਿਹੜੀਆਂ ਰੱਬ ਨੂੰ ਗਿਣਾਉਂਦੇ ਰਹਿੰਦੇ ਆ। ਪਰ ਇਸ ਵੀਰ ਦੀ ਜਿਹੜੀ ਇੱਕ ਵਿਲ ਪਾਵਰ ਇੰਨੀ ਕੁ ਸਟਰੋਂਗ ਹੈਗੀ ਆ, ਜਿੱਥੇ ਇਹ ਇੱਕ ਜਿਹੜਾ ਸ਼ਬਦ ਜਿਹੜਾ ਉਹ ਵੀ ਕਹਾ ਕੇ ਜਿਹੜਾ ਉਹ ਰਾਜੀ ਨਹੀਂ ਕਿ ਕੋਈ ਕਿਸੇ ਨੂੰ ਕਹਿ ਦਿੰਦਾ ਵੀ ਵਿਚਾਰਾ, ਹੈ ਨਾ। ਤੁਸੀਂ ਹਾਂ, ਮੇਰੇ ਨਾਲ ਇਹ ਬਹੁਤ ਬੀਤਦਾ ਰਿਹਾ ਜੀ। ਜਦੋਂ ਮੈਂ ਮਤਲਬ ਘਰੋਂ ਬਾਹਰ ਵੀ ਨਿਕਲਣਾ ਤਾਂ ਮੈਨੂੰ ਵਿਚਾਰਾ ਕਹਿਣਾ, ਜੇ ਮੈਂ ਕਹਿਣਾ ਯਾਰ ਮੇਰੀ ਵੀਲ ਚੇਅਰ ਨੂੰ ਧੱਕਾ ਲਾ ਦੇ ਉੱਥੋਂ ਤਿੱਕਰ, ਮਤਲਬ ਮੈਂ ਬਾਹਰ ਕੁਛ ਮਾੜਾ ਮੋਟਾ ਘੁੰਮਣਾ ਚਾਹੁੰਦਾ, ਤਾਂ ਉਹ ਕਹਿੰਦੇ ਛੱਡ ਪਰਾਂ ਤੂੰ ਕੀ ਜਾਣਾ ਯਾਰ, ਬੈਠਾ ਰਹਿ ਘਰੇ। ਤਾਂ ਇਹ ਚੀਜ਼ਾਂ ਮੈਨੂੰ ਬਹੁਤ ਜ਼ਿਆਦਾ ਮਤਲਬ ਮੈਂ ਅੰਦਰ ਕੋਸਦਾ ਸੀ। ਤੇ ਫਿਰ ਮੈਨੂੰ ਅੰਦਰੋਂ ਇੰਨਾ ਹੌਸਲਾ ਮਿਲਿਆ, ਅੱਜ ਮੇਰੀ ਵੀਲ ਚੇਅਰ ਨੂੰ ਕੋਈ ਧੱਕਾ ਵੀ ਲਾਉਂਦਾ ਤਾਂ ਮੈਂ ਕਹਿ ਦਿੰਦਾ ਵੀ ਨਹੀਂ, ਅੱਜ ਜੇਕਰ ਇਹ ਧੱਕਾ ਲਾ ਦੂ ਤਾਂ ਕੱਲ੍ਹ ਨਹੀਂ ਲਾਉਣਾ, ਵੀ ਮੈਂ ਆਪਣੇ ਆਪ ਜਾ ਸਕਦਾ ਜੀ। ਮਤਲਬ ਮੈਂ ਉਸ ਚੀਜ਼ ਦੇ ਕਾਬਲ ਬਣਾਇਆ ਜੀ। ਇੱਕ ਮੈਨੂੰ ਪ੍ਰਮਾਤਮਾ ਦਾ ਹੌਸਲਾ ਮਿਲਿਆ ਜੀ, ਹੈ ਨਾ, ਜਿਹਦੇ ਪ੍ਰਤੀ ਮਤਲਬ ਮੈਂ ਇੰਨੀਆਂ ਕਠਿਨਾਈਆਂ ਵਿੱਚ ਦੀ ਗੁਜ਼ਰਦਾ ਹੈ, ਇਹ ਮਕਾਮ ਤੱਕ ਪਹੁੰਚਿਆ ਹਾਂ ਜੀ। ਜੇ ਮੈਂ ਗੱਲ ਕਰਾਂ ਕਿ ਤੁਹਾਡੇ ਘਰਦਿਆਂ ਦੀ ਸਪੋਰਟ ਤੁਹਾਡੇ ਇਸ ਸਪੋਰਟਸਮੈਨ ਦੇ ਵਿੱਚ ਕਿੰਨੀ ਹੈਗੀ ਆ, ਤੁਹਾਡੀ ਸਪੋਰਟਸ ਦੇ ਵਿੱਚ? ਹਾਂਜੀ, ਜੇ ਘਰਦਿਆਂ ਦੀ ਸਪੋਰਟਸ ਉਹ ਕਹਿੰਦੇ ਆ ਨਾ ਜੀ, ਹੈ ਨਾ, ਹਿੰਮਤ ਮਰਦ ਤੇ ਮਦਦ ਤੇ ਖੁਦਾ ਜੀ। ਤਾਂ ਜਿਹੜੀ ਪਹਿਲਾਂ ਸੀਗੀ ਉਹ ਘਰਦਿਆਂ ਦੀ ਵੀ ਥੋੜ੍ਹੀ ਨਿਰਾਸ਼ਾ ਰਹਿੰਦੀ ਸੀਗੀ, ਕਿਉਂਕਿ ਵੀ ਜੀ ਹੈ ਨਾ ਬਿਲਕੁਲ ਬੈੱਡ 'ਤੇ ਆ ਗਿਆ ਜੀ, ਹੈ ਨਾ, ਸਭ ਕੁਛ ਉੱਪਰ ਬੈੱਡ 'ਤੇ ਰਹਿਣਾ ਜੀ। ਤਾਂ ਉਹ ਵੀ ਥੋੜ੍ਹਾ ਬਹੁਤਾ ਕਿਤੇ ਨਾ ਕਿਤੇ ਮੇਰੇ ਕੋਲ ਬੋਲਦੇ ਨਹੀਂ ਸੀ, ਅਤੇ ਮਤਲਬ ਉਹ ਥੋੜ੍ਹਾ ਦੁਖੀ ਸੀ ਜੀ। ਅਤੇ ਜਦੋਂ ਮੈਂ ਮੋਟੀਵੇਟ ਹੋਣ ਲੱਗਿਆ ਜੀ, ਤਾਂ ਕੁਛ ਕਰਕੇ ਵਿਖਾਉਣ ਲੱਗਿਆ ਜੀ, ਅਤੇ ਅੱਜ ਉਹ ਵੀ ਮਤਲਬ ਬਹੁਤ ਜ਼ਿਆਦਾ ਮੇਰੇ ਤੋਂ ਮਤਲਬ ਮੇਰੀ ਹੈਲਪ ਕਰਾਉਂਦੇ ਆ ਜੀ। ਉਹ ਕਹਿੰਦੇ ਕੋਈ ਗੱਲ ਨਹੀਂ, ਜੇ ਤੂੰ ਅੱਜ ਕੁਛ ਕਰ ਰਿਹਾ ਤਾਂ ਅਸੀਂ ਜਿੰਨਾ ਵੀ ਹੋ ਸਕਦਾ ਅਸੀਂ ਤੇਰੀ ਮਤਲਬ ਸਪੋਰਟ ਕਰਦੇ ਹਾਂ, ਸਪੋਰਟ ਦੇ ਪ੍ਰਤੀ, ਜਾਂ ਜਿੱਥੇ ਵੀ ਅਸੀਂ ਕਿਤੇ ਜਾਣਾ ਹੁੰਦਾ ਤਾਂ ਉਹ ਮੇਰੇ ਨਾਲ ਜਾ ਵੜਦੇ ਆ ਜੀ। ਤਾਂ ਜਿਹੜੀ ਪਹਿਲਾਂ ਕੁਛ ਹੋਰ ਨਜ਼ਰੀਆ ਹੁੰਦਾ ਜੀ, ਹੈ ਨਾ, ਵੇਖਣ ਦਾ, ਤਾਂ ਮੈਂ ਡਿਸੇਬਿਲਟੀ ਸਰਟੀਫਿਕੇਟ ਬਣਾਉਣ ਗਿਆ ਸੀਗਾ ਜੀ। ਤਾਂ CMO ਸਾਹਿਬ ਨੇ ਮਤਲਬ ਇਹ ਮੇਰਾ ਜਦੋਂ ਸਰਟੀਫਿਕੇਟ ਵੇਖਿਆ, ਕੰਡੀਸ਼ਨ ਵੇਖੀ, ਪੈਨਸ਼ਨ ਲਵਾਉਣ ਵਾਸਤੇ ਮੈਂ ਗਿਆ ਸੀ, ਅਤੇ ਉਹ ਕਹਿੰਦੇ ਵੀ ਇਹ ਜਿਹੜਾ 100% ਹੈਂਡੀਕੈਪਟ ਆ ਜੀ। ਮੇਰੀ ਮਿਸਿਸ ਨੇ ਉਹਨਾਂ ਨੂੰ ਸਵਾਲ ਕੀਤਾ ਵੀ ਅੱਗੇ ਹੁਣ ਕੀ ਕਰ ਸਕਦੇ ਜੀ। ਉਹ ਕਹਿੰਦਾ 100% ਹੈਂਡੀਕੈਪਟ ਆ, ਰੀੜ੍ਹ ਦੀ ਹੱਡੀ ਫ੍ਰੈਕਚਰ ਆ ਜੀ, ਵੀ ਮੈਨੂੰ ਨਹੀਂ ਲੱਗਦਾ ਵੀ ਅੱਗੇ ਕੁਛ ਕਰ ਸਕਦੇ ਆ ਜੀ। ਅਤੇ ਇਹੀ ਹੈ ਜੀ ਵੀ ਕਿ ਕੁਛ ਚਿਰ ਜ਼ਿੰਦਗੀ ਜਿਉਂ ਲੈਣਗੇ, ਆਪਦੇ ਬੱਚੇ ਨੂੰ ਪੜ੍ਹਾ ਲੈਣਗੇ ਜੀ। ਤਾਂ ਉਹ ਆਉਂਦੇ ਨਾ ਮੇਰੇ ਕੋਲ ਰੋਂਦੇ ਆ ਰਹੇ ਸੀ ਜੀ ਅੱਗੋਂ। ਤਾਂ ਫਿਰ ਮੇਰਾ ਬਹੁਤ ਜ਼ਿਆਦਾ ਜਾਣੀ ਕਿ ਪ੍ਰਮਾਤਮਾ ਨਾਲ ਲਗਾਓ ਸੀਗਾ ਜੀ, ਹੈ ਨਾ। ਤਾਂ ਮੇਰੇ ਇੱਕ ਸੋਚ ਉਸ ਤੋਂ ਪਹਿਲਾਂ ਬਣ ਚੁੱਕੀ ਸੀ, ਮੈਂ ਸਪੋਰਟ ਦਾ ਰਸਤਾ ਵੇਖ ਚੁੱਕਿਆ ਸੀ। ਤਾਂ ਫਿਰ ਮੈਂ ਮਤਲਬ ਉਹਨਾਂ ਨੂੰ ਕਿਹਾ ਵੀ ਕੁਛ ਸਮਾਂ ਰੁਕੋ, ਇਹ ਰਿਜ਼ਲਟ ਆ ਜਿਹੜਾ ਮਤਲਬ ਆਪੇ ਪ੍ਰਮਾਤਮਾ ਵਿਖਾਊਗਾ ਜੀ। ਫਿਰ ਉਸ ਤੋਂ ਬਾਅਦ ਜਦੋਂ ਮੈਂ ਇੰਟਰਨੈਸ਼ਨਲ ਖੇਡਣਾ ਸੀ ਤਾਂ ਡਾਕਟਰੀ ਰਿਪੋਰਟ ਦੀ ਮੈਨੂੰ ਫਿਰ ਲੋੜ ਸੀ ਜੀ। ਤਾਂ ਡਾਕਟਰੀ ਦੀ ਰਿਪੋਰਟ ਜਦੋਂ ਮੈਂ ਫਿਰ ਕਰਵਾਉਣ ਗਿਆ ਤਾਂ ਮੇਰੀ ਮਿਸਿਜ ਨੇ ਅਤੇ ਮੇਰੀ ਸਿਸਟਰ ਨੇ ਕਿਹਾ ਵੀ ਆ ਇੰਟਰਨੈਸ਼ਨਲ ਅੱਜ ਖੇਡਣ ਚੱਲੇ ਆ ਜੀ, ਜਿਹੜੇ ਤੁਸੀਂ ਕਹਿੰਦੇ ਸੀ ਵੀ ਨਹੀਂ ਕੁਛ ਕਰ ਸਕਦੇ। ਤਾਂ ਉਹ ਡਾਕਟਰ ਸਾਹਿਬ ਆਪਦੀ ਕੁਰਸੀ ਤੋਂ ਉੱਠ ਕੇ ਬਾਹਰ ਮੇਰੀ ਗੱਡੀ ਦੇ ਵਿੱਚ ਮੈਂ ਬੈਠਾ ਸੀ, ਅਤੇ ਮੈਨੂੰ ਮਿਲਣ ਆਏ ਅਤੇ ਸ਼ਾਬਾਸ਼ੀ ਦਿੱਤੀ ਵੀ ਬਹੁਤ ਵਧੀਆ ਗੱਲ ਆ ਵੀ ਤੂੰ ਇੰਨਾ ਕੁਛ ਕਰ ਸਕਦਾ। ਵੀ ਹਾਲਾਂਕਿ ਸਾਨੂੰ ਲੱਗਦਾ ਵੀ ਉਹ ਵੀ ਆਪਦੀ ਜਗ੍ਹਾ ਸੱਚੀ ਹੈ ਜੀ, ਕਿਉਂਕਿ ਅੱਜ ਕੱਲ੍ਹ ਹੈ ਨਾ ਬਹੁਤ ਜ਼ਿਆਦਾ ਜਿਹੜਾ ਹੈਗਾ ਨੈਗੇਟਿਵਿਟੀ ਫੈਲ ਕੇ ਉਸ ਤੋਂ ਬਾਅਦ ਬੰਦਾ ਬੰਦ ਕਮਰੇ 'ਚ ਹੀ ਰੁਕ ਜਾਂਦਾ ਜੀ। ਜਾਂ ਕਿ ਚੰਗੇ ਭਲੇ ਜੀ ਅੱਜ ਕੱਲ੍ਹ ਨਸ਼ਿਆਂ ਦੇ ਦੌਰ ਵਿੱਚ ਫਸੇ ਰਹੇ ਹਨ, ਤਾਂ ਉਹ ਕੁਛ ਕਰ ਨਹੀਂ ਰਹੇ, ਉਹ ਆਪਦੀ ਥਾਂ ਸਹੀ ਸੀ। ਪਰ ਮੈਂ ਉਸ ਸਮੇਂ ਮਤਲਬ ਸਮਾਜ ਦੀ ਸੋਚ ਨੂੰ ਬਦਲਣਾ ਚਾਹਿਆ ਅਤੇ ਉਹ ਬਦਲ ਕੇ ਵਿਖਾਇਆ ਵੀ ਜੀ। ਬਹੁਤ ਸੋਹਣੀ ਮੈਨੂੰ ਗੱਲ ਲੱਗੀ ਵੀਰ ਉਹਨਾਂ ਦੀ ਕਿ ਘਰ ਬੈਠੇ ਲੋਕੀ ਨਿਕੰਮੇ ਹੋ ਕੇ ਕੰਮ ਨਹੀਂ ਕਰਦੇ ਹੈਗੇ, ਚੰਗੇ ਭਲੇ ਹੁੰਦੇ ਵੀ ਨਸ਼ਿਆਂ ਦੇ ਵਿੱਚ ਜਿਹੜਾ ਉਹ ਗਲਤਾਨ ਹੋ ਜਾਂਦੇ ਆ, ਅਤੇ ਘਰਦਿਆਂ ਦਾ ਸਹਾਰਾ ਬਣਨ ਦੀ ਬਜਾਏ ਉਹਨਾਂ 'ਤੇ ਬੋਝ ਬਣ ਜਾਂਦੇ ਆ।
ਜਦੋਂ ਦੀ ਇਹ ਵੀਲ ਚੇਅਰ ਦੇ ਉੱਤੇ ਆਏ ਆ ਉਸ ਤੋਂ ਬਾਅਦ ਇਹ ਬੋਝ ਨਹੀਂ ਬਣੇ, ਇਹਨਾਂ ਨੇ ਕੁਝ ਕਰਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਆ। ਤੇ ਮੈਨੂੰ ਲੱਗਦਾ ਕਿ ਸਾਨੂੰ ਵੀ ਇਹਨਾਂ ਵੀਰਾਂ ਦੀ ਜ਼ਰੂਰ ਸਪੋਰਟ ਕਰਨੀ ਚਾਹੀਦੀ ਹੈ ਤਾਂ ਕਿ ਜੇ ਅੱਜ ਉਹ ਇੰਟਰਨੈਸ਼ਨਲ ਖੇਡ ਰਹੇ ਆ ਤਾਂ ਉਹਨਾਂ ਨੂੰ ਕਿਸੇ ਤੇ ਚੀਜ਼ ਦੀ ਜਿਹੜੀ ਆ ਉਹ ਕਮੀ ਪੇਸ਼ੀ ਨਾ ਆਵੇ। ਸੋ ਤੁਹਾਨੂੰ ਫਾਈਨੈਂਸ਼ੀਅਲੀ ਸਪੋਰਟ ਜਿਹੜੀ ਆ ਉਹ ਕਿਸ ਤਰ੍ਹਾਂ ਹੁੰਦੀ ਆ, ਸਰਕਾਰ ਜਾਂ ਕੁਝ ਹੋਰ, ਜਿਵੇਂ ਹੁਣ ਤੁਸੀਂ ਬਾਹਰ ਵੀ ਜਾਂਦੇ ਹੋ ਤਾਂ ਸਾਰਾ ਖਰਚਾ ਕਿਸ ਤਰ੍ਹਾਂ ਹੁੰਦਾ ਉਹ ਫਿਰ? ਹਾਂਜੀ, ਜਿਹੜਾ ਖਰਚੇ ਦੀ ਗੱਲ ਕਰਾਂ ਤਾਂ ਜਿਹੜੀ ਗਵਰਨਮੈਂਟ ਦੀ ਸਪੋਰਟ ਆ ਮੈਨੂੰ ਬਹੁਤ ਘੱਟ ਮਿਲਦੀ ਹੈ ਜੀ। ਜਿਵੇਂ ਕਿ ਕਹਿ ਲਓ ਵੀ ਮਤਲਬ ਡੀਸੀ ਸਾਹਿਬ ਨੇ 20,000 ਰੁਪਇਆ ਦਿੱਤਾ ਜੀ, ਤਾਂ ਜਿਹੜੀ ਮੇਰੀ 10 ਤੋਂ 15,000 ਰੁਪਇਆ ਜੀ ਉਹ ਮਹੀਨੇ ਦੀ ਇੱਕ ਡਾਈਟ ਹੀ ਲੈ ਜਾਂਦੀ ਹੈ ਜੀ। ਤਾਂ ਜਿਹੜੀ ਇਹ ਸਪੋਰਟ ਦੀ ਗੱਲ ਆ ਤਾਂ ਮਤਲਬ ਮੈਨੂੰ ਬਹੁਤ ਘੱਟ ਸਪੋਰਟ ਆ ਜੀ। ਜੇਕਰ ਮੈਨੂੰ ਸਪੋਰਟ ਮਿਲੇ ਤਾਂ ਅੱਜ ਮੇਰੀ ਵਰਲਡ ਦੇ ਵਿੱਚ 10ਵੀਂ ਰੈਂਕਿੰਗ ਆ ਜੀ, ਏਸ਼ੀਆ ਦੇ ਵਿੱਚ 4ਥੀ ਰੈਂਕਿੰਗ ਆ ਜੀ। ਬਲਜਿੰਦਰ ਸਿੰਘ ਵਰਲਡ ਪੈਰਾ ਐਥਲੈਟਿਕਸ ਜਿਹੜਾ ਆਪਾਂ ਸਰਚ ਕਰੀਏ ਤਾਂ ਉਸ 'ਤੇ ਆਉਂਦੀ ਹੈ ਜੀ। ਅਤੇ ਜਿਹੜਾ ਮੇਰਾ ਕੰਪੀਟੀਸ਼ਨ ਆ ਜੀ ਉਹ ਇੱਕ ਵਰਲਡ ਦੇ ਪਲੇਅਰਾਂ ਨਾਲ, ਏਸ਼ੀਆ ਦੇ ਪਲੇਅਰਾਂ ਨਾਲ ਆ ਜੀ, ਜਾਂ ਜਿਵੇਂ ਹਰਿਆਣਾ ਰਾਜਸਥਾਨ ਬਹੁਤ ਜ਼ਿਆਦਾ ਸਪੋਰਟ ਕਰ ਰਿਹਾ ਉਹਨਾਂ ਨਾਲ ਆ ਜੀ। ਅਤੇ ਜਿਹੜਾ ਮਤਲਬ ਉਹਨਾਂ ਦੀ ਹਿਸਾਬ ਨਾਲ ਜੇ ਮੈਂ ਆਪਦਾ ਕੰਪੈਰੀਜ਼ਨ ਕਰਾਂ ਤਾਂ ਮੇਰੇ ਕੋਲ ਜਿਹੜਾ ਇਕਵਿਪਮੈਂਟ ਨਹੀਂ ਗੇ ਜੀ, ਮਤਲਬ ਇੱਕ ਜਿਮ ਨਹੀਂ, ਇੱਕ ਵਧੀਆ ਕੋਚ ਨਹੀਂ ਜੀ। ਜੋ ਵੀ ਮੈਂ ਦੇਖਦਾ ਇੱਕ YouTube ਤੋਂ ਦੇਖ ਕੇ ਬਸ ਆਪਣੇ ਆਪ ਹੀ ਕਰ ਲੈਂਦਾ ਜੀ। ਉਹੀ ਜੇਕਰ ਮਤਲਬ ਮੈਨੂੰ ਕੋਚਿੰਗ ਮਿਲੇ, ਵਧੀਆ ਸਮਾਨ ਮਿਲ ਜੇ ਜੀ, ਡਾਈਟ ਮਿਲ ਜੇ, ਤਾਂ ਮੈਂ ਏਸ਼ੀਆ ਦੇ ਵਿੱਚ ਓਲੰਪਿਕ ਦੇ ਵਿੱਚ ਦਾਅਵੇਦਾਰ ਹਾਂ ਜੀ ਮੈਡਲ ਦਾ। ਹਾਂਜੀ। ਸੋ ਜਿਵੇਂ ਵੀਰ ਉਹਨਾਂ ਨੇ ਕਿਹਾ ਕਿ ਉਹ ਜੇ ਉਹਨਾਂ ਨੂੰ ਪ੍ਰੋਪਰ ਸਿਖਲਾਈ ਮਿਲੇ, ਕੋਚ ਮਿਲਣ ਅਤੇ ਇਕਵਿਪਮੈਂਟ ਮਿਲਣ ਜਿਮ ਦਾ ਨਾ, ਇਹੀ ਤੁਹਾਡੀ ਜਿਹੜੀ ਹਾਂਜੀ, ਮੈਂ ਕਦੇ ਵੀ ਸਰਕਾਰ ਤੋਂ ਜਾਂ ਮਤਲਬ ਮੈਂ ਜਦੋਂ ਵੀ ਕਿਸੇ ਨੂੰ ਮਿਲਦਾ ਜੀ, ਮੈਂ ਇਹ ਨਹੀਂ ਕਿਹਾ ਵੀ ਮੈਨੂੰ ਪੈਸੇ ਦੇ ਦਿਓ ਜੀ, ਵੀ ਜਿਹੜਾ ਮੈਂ ਪੈਸੇ ਆ ਉਹ ਲੈ ਕੇ ਤੇ ਘਰੇ ਬੈਠ ਕੇ ਆਪਦੀ ਐਸ਼ ਪ੍ਰਸਤੀ ਕਰ ਸਕਾਂ, ਮੈਂ ਕਦੇ ਨਹੀਂ ਮੰਗਿਆ ਜੀ। ਅਤੇ ਜਦੋਂ ਵੀ ਮੈਂ ਮੰਗਦਾ ਮਤਲਬ ਮੈਂ ਇਹੀ ਕਹਿੰਦਾ ਵੀ ਸਿਰਫ ਮੇਰੀ ਸਪੋਰਟਸ ਦੀ ਸਪੋਰਟ ਹੋ ਜੇ, ਮਤਲਬ ਮੈਨੂੰ ਕੋਚਿੰਗ ਦਵਾਈ ਜਾਵੇ ਜੀ। ਜਿਵੇਂ ਜਵਾਹਰ ਲਾਲ ਨਹਿਰੂ ਸਟੇਡੀਅਮ ਦੇ ਵਿੱਚ ਦਿੱਲੀ ਆ ਜੀ, ਵਧੀਆ ਕੋਚ ਹੈਗੇ ਆ, ਅਤੇ 2-4 ਮਹੀਨੇ ਕੋਚਿੰਗ ਦੇ ਨਾਲ ਹੀ ਜਿਹੜਾ ਮੈਂ ਮਤਲਬ ਅੱਗੇ ਜਿਹੜੀਆਂ ਮਤਲਬ ਮੈਨੂੰ ਆਪਣੇ ਆਪ ਮੇਰੀਆਂ ਗਲਤੀਆਂ ਹੁੰਦੀਆਂ ਜੀ, ਮੈਨੂੰ ਕੋਈ ਦੱਸ ਨਹੀਂ ਸਕਦਾ ਕਿਉਂਕਿ ਗੁਰੂ ਬਿਨਾਂ ਗਤ ਨਹੀਂ ਜੀ। ਜੋ ਮੇਰੀਆਂ ਗਲਤੀਆਂ ਅਕਸਰ ਉਹ ਕੋਚ ਸਾਹਿਬ ਦੱਸਣਗੇ ਜੀ, ਹੈ ਨਾ। ਤਾਂ ਉਹ ਕੰਡੀਸ਼ਨ ਦੇ ਵਿੱਚ ਜੇਕਰ ਮੈਨੂੰ ਵਧੀਆ ਕੋਚਿੰਗ ਮਿਲਦੀ ਹੈ ਜੀ, ਉਹ ਮੇਰੀ ਪੂਰੀ ਹੁੰਦੀ ਆ, ਤਾਂ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਕੁਛ ਕਰੂੰਗਾ ਜੀ। ਔਰ ਮੇਰੀ ਇਹ ਮਨ ਦੀ ਇੱਛਾ ਵੀ ਹੈ ਜੀ, ਮੇਰੇ ਮਤਲਬ ਜੋ ਵੀ ਡਿਸੇਬਲ ਭਰਾ ਹੈਗੇ ਆ ਜੀ, ਭੈਣ ਭਰਾ ਸਪੋਰਟਸ ਕਰਨਾ ਚਾਹੁੰਦੇ ਜੀ, ਮੈਨੂੰ ਮੈਂ ਇੱਕ ਵਧੀਆ ਅਕੈਡਮੀ ਬਣਾ ਲਾਂ ਜੀ, ਹੈ ਨਾ। ਤਾਂ ਉੱਥੇ ਸਪੋਰਟਸ ਦੀ ਟ੍ਰੇਨਿੰਗ ਦੇਵਾਂ ਜੀ, ਹੈ ਨਾ। ਜੋ ਮਤਲਬ ਇੱਕ ਜੀ ਸਮਾਜ ਦੇ ਵਿੱਚ ਬਿਲਕੁਲ ਰਹਿ ਜਾਂਦੇ ਆ ਜੀ, ਵੀ ਨਹੀਂ ਕੁਛ ਕਰ ਸਕਦੇ, ਉਹਨਾਂ ਨੂੰ ਮੈਂ ਅੱਗੇ ਲਿਆ ਕੇ ਅਤੇ ਉਹਨਾਂ ਨੂੰ ਅੱਗੇ ਵਰਲਡ ਏਸ਼ੀਆ ਤੱਕ ਪਹੁੰਚਾਵਾਂ ਜੀ। ਬਹੁਤ ਚੰਗੇ ਜਿਹੜੇ ਆ ਉਹ ਵੀਰ ਹੋਣਾ ਦੇ ਏਮ ਨੇ ਇਹਨਾਂ ਦੀ, ਕਿਉਂਕਿ ਮੈਂ ਇਸ ਅੱਗੇ ਕੁਐਸਚਨ ਤੇ ਇਸੇ ਤੇ ਆਉਣਾ ਸੀਗਾ ਕਿ ਕਿਉਂਕਿ ਅੱਜ ਅਸੀਂ ਖਮਾਣੋ ਦੇ ਵਿੱਚ ਹਾਜੀਪੁਰ ਪਿੰਡ ਪੈਂਦਾ, ਉੱਥੇ ਬੈਠੇ ਆ ਇਸ ਵੇਲੇ। ਸੋ ਇੱਥੇ 11 ਵੀਲ ਚੇਅਰ ਜਿਹੜੇ SCI ਪੇਸ਼ੈਂਟ ਨੇ, ਸਪੈਸ਼ਲ ਜਿਹੜਾ ਸਪਾਈਨਲ ਰਿਕਾਰਡ ਇੰਜਰੀ ਦੇ ਜਿਹੜੇ ਉਹ ਪੇਸ਼ੈਂਟ ਨੇ, ਉਹਨਾਂ ਖਾਤਰ ਇੱਥੇ ਆਏ ਸੀ। ਉਹਨਾਂ ਨੂੰ ਸਪੈਸ਼ਲ ਵੀਲ ਚੇਅਰਸ ਨੇ ਜਿਹੜੀਆਂ, ਜਿਨ੍ਹਾਂ ਤੋਂ ਉਹ ਆਸਾਨੀ ਨਾਲ ਉਹ ਉੱਤਰ ਤੇ ਚੜ੍ਹ ਸਕਦੇ ਨੇ ਅਤੇ ਡਿਸਮੈਂਟਲ ਕਰ ਸਕਦੇ ਨੇ, ਅਤੇ ਕਾਫੀ ਜਿਹੜੀ ਆ ਉਹ ਇਹਨਾਂ ਨੂੰ ਸਿਖਾਲੀ ਰਹਿੰਦੀ ਹੈ ਇਸ ਵੀਲ ਚੇਅਰ ਦੇ ਉੱਪਰ। ਸੋ ਜਿਵੇਂ ਇਹਨਾਂ ਨੇ ਦੱਸਿਆ ਕਿ ਬਾਕੀ ਵੀ ਇੱਥੇ 10 ਬੰਦੇ ਹੋਰ ਬੈਠੇ ਸੀਗੇ, ਕਾਫੀ ਜਿਹੜੀਆਂ ਉਹ ਢੇਰੀ ਵਾਲੀਆਂ ਮਨ ਢਾਉਣ ਵਾਲੀਆਂ ਗੱਲਾਂ ਕਰਦੇ ਸੀ ਵੀਰ। ਯੰਗ ਏਜ ਦੇ ਜਿਹੜੇ ਮੁੰਡੇ ਵੀ ਮੈਂ ਬਸ ਮਰ ਜਾ ਇਸ ਨਾਲੋਂ, ਤਾਂ ਵੀਲ ਚੇਅਰ 'ਤੇ ਪੈਣ ਨਾਲੋਂ, ਬੈਠਣ ਨਾਲੋਂ ਤਾਂ ਇਹ ਮੇਰਾ ਕੋਈ ਹੁਣ ਜ਼ਿੰਦਗੀ ਦਾ ਕੋਈ ਏਮ ਨਹੀਂ ਰਿਹਾ, ਕੋਈ ਹੈ ਨਾ, ਕੋਈ ਮੇਰੇ ਕੋਲ ਮੇਰੇ ਮਾਂ ਬਾਪ ਦਾ ਸਹਾਰਾ ਨਹੀਂ ਹੈਗਾ ਮੇਰੇ ਕੋਲ, ਵੀ ਬਸ ਇਹਦੋਂ ਤਾਂ ਮੈਂ ਮਰਿਆ ਹੀ ਸਮਝਾਂ। ਉਸ ਵੇਲੇ ਜਦੋਂ ਇਹਨਾਂ ਨੇ ਗੱਲਬਾਤ ਕੀਤੀ ਤਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਇੱਕ ਜਾਗਰਤੀ ਆਈ ਵੀ ਨਹੀਂ, ਅਸੀਂ ਇਸ ਵੀਰ ਵਰਗਾ ਬਣਾਂਗੇ, ਅਸੀਂ ਵੀ ਸਪੋਰਟਸ ਦੇ ਵਿੱਚ ਜਾਵਾਂਗੇ ਅਤੇ ਕਿਤੇ ਨਾ ਕਿਤੇ ਜਿੱਤ ਕੇ ਆਵਾਂਗੇ, ਅਤੇ ਮਨ ਨੂੰ ਵੀ ਤਸੱਲੀ ਦਿੰਦਾ। ਸੋ ਉਹਨਾਂ ਜਿਹੜੇ ਹੋਰ ਜਿਹੜੇ ਵੀਲ ਚੇਅਰ 'ਤੇ ਬੈਠੇ ਨੇ ਭੈਣ ਭਰਾ, ਉਹਨਾਂ ਨੂੰ ਤੁਸੀਂ ਕੀ ਸੁਨੇਹਾ ਕੀ ਦੇਣਾ ਚਾਹੁੰਦੇ ਹੋ? ਹਾਂਜੀ, ਮੈਨੂੰ ਨਾ ਬਹੁਤ ਵਧੀਆ ਲੱਗਿਆ। ਇੱਥੇ ਬਾਈ ਜੀ ਸੀਗਾ, ਇੱਕ ਵੀਲ ਚੇਅਰ ਸੀ ਅਤੇ ਇੱਕ ਵੈਸੇ ਵੀ ਸੀਗੇ ਜੀ, ਸਹੀ, ਬਿਲਕੁਲ ਸਹੀ ਪਰਸਨ ਜੀ, ਏਬਲ ਪਰਸਨ। ਤਾਂ ਮੈਨੂੰ ਬੜਾ ਵਧੀਆ ਲੱਗਿਆ ਜਦੋਂ ਉਹ ਕਹਿੰਦੇ ਵੀ ਬਾਈ ਤੂੰ ਬੋਲ ਰਿਹਾ ਸੀ ਨਾ, ਤਾਂ ਸਾਡੇ ਇੱਕ ਲੂਣ ਕੰਡਾ ਖੜਾ ਹੁੰਦਾ ਸੀਗਾ ਅੰਦਰ, ਮਤਲਬ ਅੰਦਰੋਂ ਕੁਛ ਮਤਲਬ ਇਹ ਆਉਂਦਾ ਸੀ ਵੀ ਅਸੀਂ ਵੀ ਕੁਛ ਕਰ ਸਕਦੇ ਹਾਂ। ਦੇਖੋ ਜੀ, ਮੈਂ ਇਹ ਨਹੀਂ ਕਹਿੰਦਾ ਵੀ ਮੈਂ ਕੁਛ ਹੈਗਾ, ਪ੍ਰਮਾਤਮਾ ਨੇ ਮਤਲਬ ਮੈਂ ਉਹਨਾਂ ਦੁੱਖਾਂ ਵਿੱਚ ਦੀ ਟੱਪਿਆ ਜੀ। ਇਹ ਦੁੱਖਾਂ ਦੇ ਵਿੱਚੋਂ ਜਦੋਂ ਮੈਂ ਸੁੱਖਾਂ ਵੱਲ ਗਿਆ ਤਾਂ ਐਟੋਮੈਟਿਕ ਉਹਨਾਂ ਦਾ ਜਿਹੜਾ ਮਨ ਉਹ ਝੰਜੋੜ ਰਿਹਾ ਸੀ ਵੀ ਜੇਕਰ ਇਹ ਅੱਜ ਕੁਛ ਕਰ ਸਕਦਾ ਤਾਂ ਅਸੀਂ ਵੀ ਕਰ ਸਕਦੇ ਹਾਂ, ਕਿਉਂਕਿ ਵੇਖ ਕੇ ਕਿਸੇ ਨੂੰ ਦੇਖ ਕੇ ਕੁਛ ਕੀਤਾ ਜਾਂਦਾ ਜੀ, ਹੈ ਨਾ। ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਅੱਗੇ ਇਹ ਸੀਗਾ ਵੀ ਅਸੀਂ ਬਸ ਅੱਗੇ ਨਹੀਂ ਕੁਛ ਕਰ ਸਕਦੇ, ਕਿਤੇ ਨਾ ਕਿਤੇ ਰਾਹ ਖਤਮ ਹੋ ਗਏ ਸੀ। ਅਤੇ ਮੈਨੂੰ ਵੇਖ ਕੇ ਉਹਨਾਂ ਨੂੰ ਇਹ ਲੱਗਿਆ ਵੀ ਜਦੋਂ ਅਸੀਂ ਸਪੋਰਟਸ ਵੱਲ ਵੀ ਜਾ ਸਕਦੇ ਹਾਂ ਜੀ, ਜਿਹੜਾ ਸਪੋਰਟਸ ਨਹੀਂ ਕਰਦਾ ਉਹਨਾਂ ਦੇ ਸੁਪਨੇ ਸੀਗੇ ਕਿਤੇ ਨਾ ਕਿਤੇ ਉਹ ਵੀ ਕੁਛ ਨਾ ਕੁਛ ਬਣਨਾ ਚਾਹੁੰਦੇ ਸੀ, ਤਾਂ ਅੱਜ ਚੇਅਰ 'ਤੇ ਆ ਕੇ ਵੀ ਉਹ ਮਤਲਬ ਅੱਗੇ ਉਹ ਬਣ ਸਕਦੇ ਆ ਕੁਛ, ਮੈਨੂੰ ਵੇਖ ਕੇ। ਔਰ ਸਭ ਤੋਂ ਵੱਡੀ ਮਤਲਬ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜੀ ਜਿਹੜੀ ਇਹ ਵੀਲ ਚੇਅਰ ਮੈਨੂੰ ਮਿਲੀ ਹੈ ਜੀ, ਫਾਊਂਡੇਸ਼ਨ ਦਾ ਬਹੁਤ ਧੰਨਵਾਦੀ ਹਾਂ ਜੀ। 11 ਸਾਲ ਤੋਂ ਮੈਂ ਵੀਲ ਚੇਅਰ ਹੀ ਨਹੀਂ ਮੈਨੂੰ ਅੱਜ ਤੱਕ ਮਿਲੀ ਸੀ ਜੀ,
ਜਦੋਂ ਵੀ ਟ੍ਰੇਨ ਤੇ ਜਾਂਦਾ ਸੀ ਤਾਂ ਵੀਲਚੇਅਰ ਇੱਕ ਬੰਦਾ ਅੱਡ ਪਾਸੇ ਰੱਖ ਕੇ ਆਉਂਦਾ ਸੀ, ਮੈਨੂੰ ਚੱਕ ਕੇ ਵੀਲਚੇਅਰ ਤੇ ਬਿਠਾਉਂਦੇ ਸੀ, ਕਿਉਂਕਿ ਉਹ ਜਿਹੜੀਆਂ ਫੈਸਿਲਿਟੀਆਂ ਇਸ ਵੀਲਚੇਅਰ ਤੇ ਉਹਨਾਂ 'ਚ ਨਹੀਂ ਸੀਗੀ ਜੀ। ਇਹਦਾ ਟਾਇਰ ਵੱਖਰਾ ਰਹਿ ਜਾਂਦਾ ਜੀ, ਸਾਈਡ ਤੋਂ ਵਧੀਆ ਪੁਸ਼ਅਪ ਹੋ ਜਾਂਦਾ ਜੀ, ਮੈਨੂੰ ਬਹੁਤ ਜ਼ਿਆਦਾ ਸਪੋਰਟ ਮਿਲੂਗੀ ਇਸ ਵੀਲਚੇਅਰ ਨਾਲ। ਤਾਂ ਕਿਤੇ ਨਾ ਕਿਤੇ ਜਿਹੜੇ ਉਹਨਾਂ ਨੂੰ ਵੀ ਹੌਸਲਾ ਮਿਲਦਾ ਤੇ ਮੈਨੂੰ ਵੀ ਇਹ ਵੀਲਚੇਅਰ ਕਰਕੇ ਵੀ ਮੈਨੂੰ ਅੱਗੇ ਕਾਫੀ ਜਿਹੜਾ ਅੱਗੇ ਮੈਨੂੰ ਖੁਸ਼ੀ ਮਿਲੂਗੀ ਵੀ ਅੱਗੇ ਮੈਂ ਹੋਰ ਕੁਝ ਕਰ ਸਕਦਾ। ਕਿਉਂਕਿ ਇਹ ਸਪੈਸ਼ਲ ਨੇ, ਗੜਗਾਉਂ ਦੇ ਵਿੱਚ ਮੈਨੂਫੈਕਚਰ ਹੁੰਦੀਆਂ ਨੇ, ਕਿਉਂਕਿ ਸਾਰੀ ਸਟੀਲ ਦੀ ਹੈਗੀ, ਲਾਈਟ ਵੇਟ ਹੈਗਾ ਇਹ, ਤੇ ਇਹਨਾਂ ਪੇਸ਼ੈਂਟਸ ਲਈ ਸਾਡਾ ਮਕਸਦ ਇਹ ਸੀਗਾ ਕਿ ਇਹ ਵੀਰ ਨੇ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ, ਹਨੇਰਿਆਂ ਦੇ ਵਿੱਚ ਬੈਠੇ ਨੇ, ਉਹ ਬਾਹਰ ਚਾਨਣ ਦੇ ਵਿੱਚ ਆਉਣ ਤੇ ਆ ਕੇ ਕੁਛ ਨਾ ਕੁਛ ਦੁਨੀਆਦਾਰੀ ਨੂੰ ਦੇਖਣ ਤੇ ਕੁਛ ਨਾ ਕੁਛ ਅਰਨ ਕਰਨ, ਉਹ ਕਮਾਈ ਕਰਨ। ਕਿਉਂਕਿ ਅੰਦਰ ਬੈਠੇ ਮਨ ਜਿਹੜਾ ਡੋਲਦਾ ਰਹਿੰਦਾ ਹਰ ਵੇਲੇ, ਨੈਗੇਟਿਵਿਟੀ ਜਿਹੜੀ, ਨੈਗੇਟਿਵ ਖਿਆਲ ਜਿਹੜੇ ਆਉਂਦੇ ਰਹਿੰਦੇ ਆ। ਹੁਣ ਜਦੋਂ ਬਾਹਰ ਲੋਕਾਂ ਦੇ ਨਾਲ ਮਿਲਦੇ ਆ ਤੇ ਕਿਤੇ ਨਾ ਕਿਤੇ ਵਿਚਾਰ ਜਿਹੜੇ ਚੇਂਜ ਹੁੰਦੇ ਆ, ਤੇ ਸਾਡਾ ਮਕਸਦ ਵੀ ਇਹੀ ਸੀਗਾ ਕਿ ਉਹਨਾਂ ਨੂੰ ਅਸੀਂ ਕਿਤੇ ਨਾ ਕਿਤੇ ਆਰੇ ਲਾਈਏ ਤੇ ਉਹਨਾਂ ਦਾ ਮਨ ਜਿਹੜਾ ਲੱਗਿਆ ਰਵੇ। ਸੋ ਇਹਨਾਂ ਸਾਰੇ ਵੀਰਾਂ ਨਾਲ ਸਾਡਾ ਜਿਹੜਾ ਇੱਕ ਅੱਜ ਜਿਹੜਾ ਮੁਲਾਕਾਤ ਹੋਈ ਆ, ਤੇ ਮੈਂ ਉਮੀਦ ਕਰਦਾ ਵੀ ਅਜਿਹੇ ਵੀਰ ਜਿਹੜੇ ਹੋਰਾਂ ਨੂੰ ਵੀ ਜਿਹੜਾ ਇੰਸਪਾਇਰਡ ਕਰਦੇ ਰਹਿਣ। ਕਿਉਂਕਿ ਮੈਂ ਇੱਕ YouTube ਦੇ ਉੱਪਰ ਅੱਗੇ ਵੀਡੀਓ ਦੇਖੀ, ਨਿੱਕ ਨਾਂ ਦਾ ਆਸਟ੍ਰੇਲੀਆ ਤੋਂ ਬੰਦਾ ਹੈ ਜਿਹੜਾ, ਜਿਹਦੇ ਨਾ ਲੱਤਾਂ ਨੇ ਤੇ ਨਾ ਹੀ ਬਾਹਾਂ ਨੇ ਉਹਦੀ, ਤੇ ਸਾਰੀ ਕਿਰਿਆ ਜਿਹੜੀ ਉਸ ਤਰ੍ਹਾਂ ਹੀ ਕਰਦਾ। ਉਹ ਤੈਰਦਾ ਵੀ ਹੈ ਤੇ ਆਪਣੇ ਕਾਰ ਜਿਹੜੇ ਆਪੇ ਕਰਦਾ। ਮਨੀਬਾ ਮਜਾਰੀ ਹੈ ਪਾਕਿਸਤਾਨ ਦੀ ਲੇਡੀ, ਅਨੁਰਮਾ ਸਿਨਹਾ ਹੈ ਸਾਡੀ ਇੰਡੀਆ ਦੀ ਜਿਹੜੀ ਮਾਊਂਟ ਐਵਰੈਸਟ ਦੇ ਉੱਪਰ ਜਾ ਕੇ ਆਈ ਆ। ਮੈਨੂੰ ਲੱਗਦਾ ਕਿ ਉਹਨਾਂ ਦੀ ਜਦੋਂ ਅਸੀਂ ਗੱਲਾਂ ਬਾਤਾਂ ਸੁਣਦੇ ਹਾਂ ਤੇ ਲੱਗਦਾ ਕਿ ਇਹ ਸਰੀਰ ਦੇ ਵਿੱਚ ਨਹੀਂ ਜਾਨ ਹੈਗੀ, ਜਾਨ ਸਾਡੀ ਆਤਮਾ ਦੇ ਵਿੱਚ ਹੈ। ਕਿ ਜੇ ਮਨ ਜਿਹੜਾ ਸਟਰੋਂਗ ਹੈ ਤਾਂ ਜਿਹੜੀ ਡਿਸੇਬਿਲਟੀ ਸਰੀਰ ਦੀ ਆ, ਉਹ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਥੱਲੇ ਰਹਿ ਜਾਂਦੀ ਆ। ਤੇ ਉਹ ਇਸ ਤਰ੍ਹਾਂ ਜਿਨ੍ਹਾਂ ਨੇ ਇਸ ਤਰ੍ਹਾਂ ਆਪਣੇ ਆਪ ਨੂੰ ਇੱਕ ਜਿਹੜਾ ਖੇਡ ਦੇ ਵਿੱਚ ਲਾਇਆ ਤੇ ਆਪਣੀ ਡਿਸੇਬਿਲਟੀ ਜਿਹੜੀ ਆ ਉਹ ਸਪੋਰਟਸਮੈਨ ਦੇ ਵਿੱਚ ਚੇਂਜ ਕੀਤੀ ਆ। ਤੇ ਮੈਨੂੰ ਲੱਗਦਾ ਉਹ ਲੋਕਾਂ ਦੇ ਜਿਹੜੇ ਕਿਉਂਕਿ ਡਿਸੇਬਲਡ ਨੇ, ਘਰਾਂ ਵਿੱਚ ਬੈਠੇ ਨੇ, ਤਾਂ ਉਹਨਾਂ ਦੇ ਮਨਾਂ ਦੇ ਵਿੱਚ ਇਹਨਾਂ ਦੀ ਗੱਲ ਸੁਣ ਕੇ ਕਿਤੇ ਨਾ ਕਿਤੇ ਇਹ ਉਤਸ਼ਾਹ ਕਿਤੇ ਨਾ ਕਿਤੇ ਪੈਦਾ ਹੋਊਗਾ। ਸੋ ਤੁਹਾਡੇ ਅਗਲੇ ਫਿਊਚਰ ਪਲਾਨ ਕੀ ਨੇ, ਅੱਗੇ ਤੁਸੀਂ ਕੀ ਕਰਨਾ ਚਾਹੁੰਦੇ? ਹਾਂਜੀ, ਸਭ ਤੋਂ ਤਾਂ ਇਹ ਆ ਮੇਰਾ ਹੁਣ ਜਿਹੜੀਆਂ ਏਸ਼ੀਅਨ ਗੇਮਾਂ ਆ ਰਹੀਆਂ ਜੀ, ਉਹ ਪੋਸਟਪੋਨਡ ਹੋ ਗਈਆਂ। ਪਹਿਲਾਂ 2022 ਦੇ ਵਿੱਚ ਸੀ, ਸ਼ਾਇਦ ਹੁਣ 23 ਦੇ ਪਹਿਲੇ ਮਹੀਨਿਆਂ ਦੇ ਵਿੱਚ ਹੋਊਗਾ। ਤਾਂ ਜਿਹੜਾ ਆ ਮਤਲਬ ਮੈਨੂੰ ਸਪੋਰਟ ਦੀ, ਮੈਂ ਜਿਵੇਂ ਪਹਿਲਾਂ ਵੀ ਕਹਿ ਚੁੱਕਿਆ ਜੀ, ਫਾਈਨੈਂਸ਼ਲੀ ਤੌਰ ਤੇ ਮੈਨੂੰ ਬਹੁਤ ਜ਼ਿਆਦਾ ਦਿੱਕਤ ਰਹਿੰਦੀ ਹੈ ਜੀ। ਇੱਕ ਫੋਟੋ ਸਟੇਟ ਦੀ ਦੁਕਾਨ ਆ ਜੀ ਮੇਰੀ ਕੰਪਿਊਟਰ ਦੀ, ਉਸੇ 'ਚੋਂ ਹੀ ਮੈਂ ਆਪਦਾ ਡਾਈਟ ਦਾ ਜਿੰਨਾ ਕੁ ਹੋ ਸਕਦਾ ਖਰਚਾ ਕਰਦਾ ਜੀ, ਉਸੇ ਤੋਂ ਹੀ ਮੈਂ ਜਿਹੜਾ ਆਪਦੇ ਪਰਿਵਾਰ ਦਾ ਖਰਚਾ ਚਲਾਉਣਾ ਜੀ। ਤਾਂ ਜਿਹੜਾ ਮੇਰਾ ਅੱਗੇ ਹੈਗਾ ਜੀ, ਉਹ ਏਸ਼ੀਆ ਦੇ ਵਿੱਚ ਜਿਵੇਂ ਮੇਰੀ ਚੌਥੀ ਰੈਂਕਿੰਗ ਹੈ ਜੀ, ਤਾਂ ਜਿਹੜਾ ਮੇਰਾ ਪਹਿਲੀ ਤੇ ਆਵੇ ਜੀ, ਤੇ ਮੈਂ 골ਡ ਮੈਡਲ ਲਿਆ ਕੇ ਆਪਣੇ ਦੇਸ਼ ਦਾ ਔਰ ਆਪਣਾ ਮਤਲਬ ਪੰਜਾਬ ਦਾ, ਆਪਣੇ ਏਰੀਏ ਦਾ ਨਾਮ ਆ ਜਿਹੜਾ ਉਹ ਰੌਸ਼ਨ ਕਰ ਸਕਾਂ ਜੀ। ਔਰ ਸਭ ਤੋਂ ਵੱਡੀ ਗੱਲ ਆ ਕਿ ਜੇਕਰ ਮੇਰੇ ਕੋਲ ਪੈਸਾ ਆਊਗਾ, ਮੇਰੇ ਕੋਲ ਕੋਈ ਅਚੀਵਮੈਂਟ ਆਊਗੀ, ਤਾਂ ਮੈਂ ਜਿਹੜੇ ਹੋਰ ਡਿਸੇਬਲ ਭੈਣ ਭਰਾ ਹੈਗੇ ਆ, ਤਾਂ ਜਾਂ ਜਿਹੜੇ ਵੈਸੇ ਬੱਚੇ ਜਾਂ ਮਤਲਬ ਏਬਲ ਪਰਸਨ ਹੈਗੇ ਬੱਚੇ, ਉਹਨਾਂ ਨੂੰ ਵੀ ਸਪੋਰਟਸ ਦੇ ਨਾਲ ਜਿਹੜਾ ਜੋੜਾਂ ਜੀ, ਤਾਂ ਉਹਨਾਂ ਨੂੰ ਮੈਂ ਅੱਗੇ ਦੱਸ ਸਕਾਂ ਜੀ। ਹੁਣ ਅੱਜ ਦੇ ਸਮੇਂ 'ਚ ਗੱਲ ਕਰਾਂ ਤਾਂ ਮਤਲਬ ਉਹਨਾਂ ਕੋਲ ਜਿਹੜਾ ਹੈਗਾ ਵੀ ਉਹ ਬਹੁਤ ਜ਼ਿਆਦਾ ਹੈਗੀਆਂ, ਪ੍ਰੋਟੀਨ ਹੋ ਗਿਆ ਜੀ, BC ਹੋ ਗਿਆ, ਕਾਫੀ ਸਪਲੀਮੈਂਟ ਹੁੰਦੇ ਆ ਉਹਨਾਂ ਕੋਲ ਜੀ। ਤਾਂ ਮੈਂ ਇੱਕ ਜਿਹੜਾ ਵੀ ਪਾਣੀ ਨਾਲ ਕਹਿ ਲਓ ਜੀ, ਹੈ ਨਾ, ਜਾਂ ਇੱਕ ਦੁੱਧ ਨਾਲ ਜਿੰਨਾ ਕੁ ਵੀ ਮੈਨੂੰ ਮਿਲਦਾ, ਉਸੇ ਨਾਲ ਸਿਰਫ ਆਪਦੇ ਹੌਸਲੇ ਨਾਲ, ਦ੍ਰਿੜ ਇੱਛਾ ਨਾਲ ਆ ਜਿਹੜਾ ਮੈਂ ਉਹੀ ਕਰਕੇ ਉਹਨਾਂ ਦੇ ਬਰਾਬਰ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਜੀ ਮੈਂ। ਤਾਂ ਬਸ ਇਹੀ ਹੈ ਜੀ ਵੀ ਮੇਰੀ ਸਪੋਰਟ ਹੋਊਗੀ ਤਾਂ ਮੈਂ ਅੱਗੇ ਮਤਲਬ ਏਸ਼ੀਆ ਦੇ ਵਿੱਚ, ਓਲੰਪਿਕ ਦੇ ਵਿੱਚ ਮੈਡਲ ਲਿਆਉਂਗਾ ਜੀ। ਤਾਂ ਉਸ ਤੋਂ ਬਾਅਦ ਮੈਂ ਆਪਦੀ ਅਕੈਡਮੀ ਬਣਾ ਕੇ ਹੋਰਾਂ ਨੂੰ ਵੀ ਅੱਗੇ ਜਿਹੜਾ ਉਤਸ਼ਾਹਿਤ ਕਰੂੰਗਾ ਜੀ ਸਪੋਰਟਸ ਵੱਲ, ਤੇ ਨਸ਼ਿਆਂ ਦੇ ਵੱਲ ਨਾ ਜਾਣ ਜੀ। ਜਿਹੜੀ ਨੈਗੇਟਿਵਿਟੀ ਆ ਉਹ ਕਦੇ ਵੀ ਮਨ 'ਚ ਨਾ ਲਿਆਉਣ ਵੀ ਅਸੀਂ ਬਸ ਹੁਣ ਨਹੀਂ ਕੁਛ ਕਰ ਸਕਦੇ ਤਾਂ ਸਾਡੀ ਜ਼ਿੰਦਗੀ ਖਤਮ ਆ। ਕਿਉਂਕਿ ਜੇਕਰ ਆਪਣੀ ਕੁਝ ਸਵਾਸ ਵੀ ਬਚੇ ਆ ਨਾ ਜੀ, ਤਾਂ ਜ਼ਿੰਦਗੀ ਆਪਣੀ ਖਤਮ ਨਹੀਂ। ਪ੍ਰਮਾਤਮਾ ਨੇ ਆਪਾਂ ਨੂੰ ਜ਼ਿੰਦਗੀ ਦਿੱਤੀ ਆ, ਔਰ ਕਦੇ ਵੀ ਪ੍ਰਮਾਤਮਾ ਜਿਹੜਾ ਰਸਤਾ ਬੰਦ ਨਹੀਂ ਕਰਦਾ। ਜੇਕਰ ਇੱਕ ਰਸਤਾ ਬੰਦ ਹੋ ਜਾਂਦਾ ਤਾਂ 10 ਰਸਤੇ ਜਿਹੜੇ ਹੋਰ ਵੀ ਖੋਲ੍ਹ ਦਿੰਦਾ। ਤਾਂ ਆਪਾਂ ਨੂੰ ਪ੍ਰਮਾਤਮਾ ਨਾਲ ਲਿਵ ਲਾਉਣੀ ਚਾਹੀਦੀ ਹੈ ਜੀ, ਤੇ ਆਪਣੇ ਆਪ ਆਪਣੇ ਜਿਹੜੇ ਰਸਤੇ ਆ ਉਹ ਖੁੱਲ੍ਹਦੇ ਰਹਿੰਦੇ ਆ ਜੀ। ਬੜੀ ਵੱਡੀ ਗੱਲ ਕੀਤੀ ਆ ਵੀਰ ਨੇ ਕਿ ਹੌਸਲੇ ਜਿਹੜੇ ਬੁਲੰਦ ਹੋਣੇ ਚਾਹੀਦੇ ਆ, ਸਾਡੀ ਉਡਾਨ ਜਿਹੜੀ ਆ ਉਹ ਹਮੇਸ਼ਾ ਬਰਕਰਾਰ ਰਹਿਣੀ ਚਾਹੀਦੀ ਆ। ਤੇ ਕਿਉਂਕਿ ਜ਼ਿੰਦਗੀ ਦੁੱਖਾਂ ਤੇ ਸੁੱਖਾਂ ਦਾ ਦੋਨਾਂ ਦਾ ਸੁਮੇਲ ਹੈਗੀ ਆ। ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਬਨੁੱਖ, ਅਸੀਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ। ਹਮੇਸ਼ਾ ਦੁੱਖ ਤੇ ਸੁੱਖ ਸਾਡੇ ਨਾਲ ਹੀ ਚੱਲਦੇ ਨੇ, ਪਰ ਇਹਨਾਂ ਦੁੱਖਾਂ ਤੇ ਸੁੱਖਾਂ ਦੇ ਵਿੱਚ ਆਪਣੇ ਆਪ ਨੂੰ ਜ਼ਿੰਦਗੀ ਦੇ ਨਾਲ ਲੜਨਾ ਤੇ ਉਹੀ ਸਭ ਤੋਂ ਵੱਡੀ ਗੱਲ ਹੁੰਦੀ ਆ। ਤੇ ਵਿਰਲੇ ਹੀ ਲੋਕ ਨੇ ਜਿਹੜੇ ਲੜਦੇ ਨੇ। ਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਇਸੇ ਤਰ੍ਹਾਂ ਇਹ ਆਪਣੇ ਜਿਹੜੇ ਹੌਸਲੇ ਜਿਹੜੇ ਆ ਬੁਲੰਦ ਰਹਿਣ ਤੇ ਹੋਰਾਂ ਲੋਕਾਂ ਨੂੰ ਵੀ ਜਿਹੜਾ ਉਹ ਮੋਟੀਵੇਟ ਉਹ ਕਰਦੇ ਰਹਿਣ। ਸੋ ਮੈਨੂੰ ਲੱਗਦਾ ਕਿ ਤੁਹਾਡੇ ਲਈ ਇਹ ਵੀਡੀਓ ਜਿਹੜੀ ਆ ਬੜੀ ਇਸ ਕਰਕੇ ਇੰਟਰਸਟਿੰਗ ਹੋਏਗੀ ਕਿ ਇਹ ਵੀਰ ਜਿਹੜਾ ਵੀਲ ਚੇਅਰ ਤੋਂ, ਡਿਸੇਬਿਲਿਟੀ ਤੋਂ ਲੈ ਕੇ ਸਪੋਰਟਸਮੈਨਸ਼ਿਪ ਤੱਕ ਗਿਆ ਤੇ ਆਪਣੇ ਜਿਹੜੇ ਹੌਸਲੇ ਇਸ ਵੇਲੇ ਬੁਲੰਦ ਰੱਖ ਰਿਹਾ ਤੇ ਹੋਰਾਂ ਲੋਕਾਂ ਨੂੰ ਵੀ ਜਿਹੜਾ ਉਹ ਮੋਟੀਵੇਟ ਕਰ ਰਿਹਾ ਤੇ ਉਹਨਾਂ ਨੂੰ ਇੰਸਪਾਇਰਡ ਕਰ ਰਿਹਾ।
ਸੋ ਇੱਥੇ ਹੀ ਮੈਂ ਮੁਲਾਕਾਤ ਜਿਹੜੀ ਆ ਉਹ ਜਿਹੜਾ ਸਿਲਸਿਲਾ ਇੱਥੇ ਬੰਦ ਕਰਦਾ ਤੇ ਆਸ ਕਰਦਾ ਕਿ ਤੁਸੀਂ ਇਸ ਵੀਡੀਓ ਨੂੰ ਆਪਣੇ ਹੋਰਾਂ 'ਚ ਵੀ ਸ਼ੇਅਰ ਕਰੋਗੇ ਤਾਂ ਕਿ ਇਹ ਜਿਹੜਾ ਜਿੱਥੇ ਵੀਰ ਨੇ ਆਪਣੇ ਏਮ ਸੋਚਿਆ ਹੋਇਆ ਟੀਚਾ ਸੋਚਿਆ ਉੱਥੇ ਤੱਕ ਉਹ ਪਹੁੰਚ ਸਕੇ ਤੇ ਸਪੋਰਟ ਹੋ ਸਕੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।